ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਤੋਂ ਪ੍ਰਾਪਤ ਹੋਣ ਵਾਲੀ ਆਸ਼ੀਸ਼ਾਂ ਅਤੇ ਬਰਕਤਾਂ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਸੀਹੀ ਵਿਆਹ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਵਿਆਹ ਸਿਰਫ ਦੋ ਲੋਕਾਂ ਦਾ ਇੱਕ ਦੂਜੇ ਨੂੰ ਪਸੰਦ ਕਰਦਿਆਂ ਹੋਏ ਇੱਕ ਬੰਧਨ ਦੇ ਵਿੱਚ ਬੰਧਣਾ ਨਹੀਂ ਹੈ। ਅਸੀਂ ਵੇਖਿਆ ਕਿ ਸ਼ਾਦੀ ਇੱਕ ਇਕੱਠ ਹੈ ਅਤੇ ਉਹ ਇੱਕ ਘਟਨਾ ਹੈ। ਪਰਮੇਸ਼ਰ ਨੇ ਇਸ ਪਵਿੱਤਰ ਰਿਸ਼ਤੇ ਨੂੰ ਜਨਮ ਦਿੱਤਾ। ਅਸੀਂ ਵੇਖਿਆ ਕਿ ਸ਼ਾਦੀ ਇੱਕ ਸਰੀਰ ਹੋਣ ਦਾ ਭੇਦ ਹੈ ਅਤੇ ਅਸੀਂ ਇਹ ਵੀ ਜਾਣਿਆ ਕਿ ਸ਼ਾਦੀ ਪ੍ਰੇਮ ਦੀ ਸੁਰੱਖਿਆ ਹੈ, ਕਿਉਂਕਿ ਪਰਮੇਸ਼ਵਰ ਆਪ ਇਸ ਵਿਆਹ ਨੂੰ ਆਸ਼ੀਸ਼ ਦਿੰਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਵਿਆਹ ਦੇ ਕੇਂਦਰ ਵਿੱਚ ਹੁੰਦੇ ਹਨ। ਇਸ ਕਰਕੇ ਕੋਈ ਵੀ ਪਾਪ ਸ਼ਾਦੀ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਦੋਸਤੋ, ਸਮੇਂ ਦੀ ਘਾਟ ਕਰਕੇ ਅਸੀਂ ਇਸ ਵਿਸ਼ੇ ਨੂੰ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਮਾਪਤ ਨਹੀਂ ਕਰ ਸਕੇ ਸੀ। ਇਸ ਕਰਕੇ ਇਸ ਵਿਸ਼ੇ ਦੇ ਉੱਤੇ ਸਾਡਾ ਅਧਿਐਨ ਅੱਜ ਵੀ ਜਾਰੀ ਰਹੇਗਾ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ? ਤਾਂ ਫਿਰ ਆਓ ਦੇਰ ਨਾ ਕਰਦੇ ਹੋਏ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹੋਏ ਸੁਣਦੇ ਹਾਂ ਇਹ ਮਸੀਹੀ ਭਜਨ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। के उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। ਇਫਸੀਆ 5 ਅਧਿਆਏ 25 ਵਚਨ ਤੋਂ ਲੈ ਕੇ 28 ਵਚਨ ਤੱਕ। ਪਤਿਓ, ਆਪਣੀਆਂ ਪਤਨੀਆਂ ਨੂੰ ਪ੍ਰੇਮ ਕਰੋ ਉਸ ਤਰ੍ਹਾਂ ਜਿਸ ਤਰ੍ਹਾਂ ਮਸੀਹ ਨੇ ਕਲੀਸਿਆ ਨਾਲ ਕੀਤਾ ਸੀ ਅਤੇ ਉਸ ਨੇ ਆਪਣੀ ਜਾਨ ਉਹ ਲਈ ਦੇ ਦਿੱਤੀ ਸੀ ਤਾਂ ਕਿ ਉਹਨੂੰ
ਪਵਿੱਤਰ ਬਣਾ ਸਕੇ ਅਤੇ ਪਰਮੇਸ਼ਰ ਦੇ ਵਚਨਾਂ ਨਾਲ ਧੋ ਕੇ ਸਾਫ਼ ਕਰ ਸਕੇ ਅਤੇ ਆਪਣੇ ਲਈ ਇੱਕ ਸ੍ਰੇਸ਼ਟ ਕਲੀਸਿਆ ਬਣਾ ਕੇ ਆਪਣੇ ਸਾਹਮਣੇ ਪੇਸ਼ ਕਰੇ, ਜਿਸ ਅੰਦਰ ਕੋਈ ਦਾਗ ਜਾਂ ਝੁਰੀ ਨਾ ਹੋਵੇ, ਉਹ ਬਿਨਾਂ ਦੋਸ਼ ਦੇ ਪਵਿੱਤਰ ਹੋਵੇ। ਇਸ ਲਈ ਪਤੀਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਪਤਨੀਆਂ ਨੂੰ ਆਪਣੇ ਸਰੀਰ ਵਾਂਗੂ ਪਿਆਰ ਕਰਨਾ ਚਾਹੀਦਾ। ਜੋ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ, ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ। ਅਤੇ ਪਹਿਲਾ ਪਤਰਸ ਅੱਗੇ ਹੋਰ ਦੱਸਦਾ ਹੈ, ਇਸ ਤਰ੍ਹਾਂ हे ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਬਸੋ। ਇਸਤਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਵੀ ਭਾਈ ਤੁਸੀਂ ਦੋਵੇਂ ਜੀਵਨ ਦੀ ਬਖਸ਼ਿਸ਼ ਦੇ ਸਾਂਝੀ ਅਧਿਕਾਰੀ ਹੋ। ਉਹਦਾ ਆਦਰ ਕਰੋ ਤਾਂ ਜੋ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾਣ। ਕਿੰਨੀ ਵੱਡੀ ਸਚਾਈ। ਹੇ ਆਦਮੀਓ, ਹੁਣ ਮੈਂ ਤੁਹਾਡੇ ਕੋਲੋਂ 3 ਪ੍ਰਸ਼ਨ ਪੁੱਛਦਾ ਹਾਂ, ਕਿਉਂਕਿ ਹੁਣ ਤੁਸੀਂ ਉੱਪਰ ਦੀ ਆਇਤਾਂ ਨੂੰ ਸੁਣ ਲਿਆ ਹੈ ਕਿ ਤੁਸੀਂ ਆਪਣੇ ਘਰ ਵਿੱਚ ਇਸ ਤਰ੍ਹਾਂ ਰਹਿੰਦੇ ਹੋ। ਤੁਹਾਡਾ ਦਿਲ ਕਿਸ ਤਰ੍ਹਾਂ ਦਾ ਹੈ? ਕੀ ਤੁਸੀਂ ਆਖ ਸਕਦੇ ਹੋ, ਮੇਰਾ ਦਿਲ ਇਸ ਤਰ੍ਹਾਂ ਦਾ ਹੈ? ਕੀ ਤੁਹਾਡੀ ਪਤਨੀ ਦੇਖਦੀ ਹੈ ਕਿ ਤੁਸੀਂ ਉਸ ਦੇ ਪ੍ਰਤੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜ਼ਿੰਮੇਵਾਰੀ ਨਿਭਾ ਰਹੇ ਹੋ? ਕੀ ਤੁਸੀਂ ਇਸ ਗੱਲ ਦੀ ਜ਼ਰੂਰਤ ਸਮਝਦੇ ਹੋ ਕਿ ਪਿਛਲੀਆਂ ਗੱਲਾਂ ਤੇ ਗੌਰ ਕਰਕੇ ਉਸ ਨੂੰ ਸਮਝਾਈਏ ਕਿ ਮੇਰੇ ਕੋਲ ਕੁਝ ਗਲਤੀ ਹੋਈ ਜਿਸ ਨੂੰ ਮੈਂ ਦਿਲ ਨਾਲ ਨਹੀਂ ਕਰਨਾ ਚਾਹੁੰਦਾ ਸੀ ਅਤੇ ਮੈਂ ਤੈਨੂੰ ਦਿਲ ਨਾਲ ਪਿਆਰ ਕਰਦਾ ਹਾਂ? ਕੀ ਤੁਹਾਡੇ ਬੱਚੇ ਇਹ ਵੇਖਦੇ ਹਨ ਕਿ ਸਾਡਾ ਪਿਤਾ ਉੱਪਰ ਲਿਖੀਆਂ ਐਤਾਂ ਦੇ ਅਨੁਸਾਰ ਹੀ ਜੀਵਨ ਜਿਉਂਦਾ ਹੈ? ਕਿ ਉਹ ਇਸ ਤਰ੍ਹਾਂ ਵੇਖਦੇ ਹਨ? ਇਹ ਸਭ ਤੋਂ ਵੱਡੀ ਵਿਰਾਸਤ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ, ਤਾਂ ਕਿ ਉਹ ਜਾਣ ਸਕਣ ਜੋ ਪ੍ਰੇਮ ਸਾਡੇ ਕੋਲ ਹੈ ਉਹ ਪਰਮੇਸ਼ਰ ਵੱਲੋਂ ਹੈ। ਨੰਬਰ 5, ਸ਼ਾਦੀ। ਔਰਤਾਂ ਲਈ ਕੁਝ ਸਲਾਹ। ਆਓ ਅਸੀਂ ਕੁਝ ਦੇਰ ਲਈ ਔਰਤਾਂ ਨਾਲ ਗੱਲਬਾਤ ਕਰੀਏ। ਔਰਤ ਲਈ ਕੁਝ ਸਲਾਹ। ਬਾਈਬਲ ਬਰਾਬਰ ਦਾ ਮੌਕਾ ਦੇਣ ਵਾਲੀ ਕਿਤਾਬ ਹੈ। ਕਿ ਤੁਸੀਂ ਇਸ ਬਾਰੇ ਜਾਣਦੇ ਹੋ, ਪਰਮੇਸ਼ਰ ਨੇ ਇਸ ਬਾਰੇ ਕਦੇ ਨਹੀਂ ਸੋਚਿਆ ਕਿ ਉਹ ਆਦਮੀ ਨੂੰ ਕਹੇ ਕਿ ਇਸ ਤਰ੍ਹਾਂ ਤੁਹਾਨੂੰ ਰਹਿਣਾ ਚਾਹੀਦਾ ਹੈ, ਪਰ ਔਰਤਾਂ ਨੂੰ ਆਖੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਖੁਸ਼ਹਾਲ ਅਤੇ ਸਫਲ ਸ਼ਾਦੀ ਤਦ ਹੀ ਬਣ ਸਕਦੀ ਹੈ ਜਦ ਦੋਵੇਂ ਜੀਅ ਹੀ 100% ਨਾਲ ਆਪਣਾ ਆਪਣਾ ਕੰਮ ਕਰਨ। ਮੈਂ ਚਾਹੁੰਦਾ ਹਾਂ ਔਰਤਾਂ ਪਰਮੇਸ਼ਰ ਦੇ ਵਚਨ ਅਨੁਸਾਰ ਹੇਠਾਂ ਲਿਖੀਆਂ ਐਤਾਂ ਨੂੰ ਧਿਆਨ ਨਾਲ ਸੁਣਨ। ਆਓ ਸਭ ਤੋਂ ਪਹਿਲਾਂ ਅਸੀਂ ਵੇਖੀਏ ਕਹਾਵਤਾਂ 31 ਅਧਿਆਇ 10 ਵਚਨ ਤੋਂ ਲੈ ਕੇ 12 ਵਚਨ ਤੱਕ। ਪਤਵੰਤੀ ਇਸਤਰੀ ਕਿਹਨੂੰ ਮਿਲਦੀ ਹੈ? ਕਿਉਂ ਜੋ ਉਹਦੀ ਕਦਰ ਲਾਲਾ ਨਾਲੋਂ ਵਧੇਰੇ ਹੈ। ਉਹਦੇ ਭਰਤਾ ਦਾ ਮਨ ਉਸ ਉੱਤੇ ਭਰੋਸਾ ਰੱਖਦਾ ਹੈ ਅਤੇ ਉਹਨੂੰ ਲਾਭ ਦੀ ਕੁਝ ਥੋੜ ਨਹੀਂ ਹੁੰਦੀ। ਉਮਰ ਭਰ ਉਹ ਉਸ ਦੇ ਨਾਲ ਭਲਾਈ ਹੀ ਕਰੇਗੀ, ਬੁਰਾਈ ਨਹੀਂ। ਸ਼ਾਦੀ ਦੇ ਬਾਅਦ ਕੀ ਆਦਮੀ ਇਸ ਤਰ੍ਹਾਂ ਹੀ ਨਹੀਂ ਚਾਹੁੰਦਾ ਅਤੇ ਕੀ ਔਰਤ ਇਸ ਤਰ੍ਹਾਂ ਨਹੀਂ ਕਰ ਸਕਦੀ? ਹੁਣ ਅਸੀਂ ਇਫਸੀਆਂ ਦੀ ਪੱਤਰੀ 5 ਅਧਿਆਇ 22 ਤੋਂ 23 ਵਚਨ ਨੂੰ ਅਸੀਂ ਧਿਆਨ ਦੇ ਨਾਲ ਦੇਖਾਂਗੇ। ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ, ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਆ ਮਸੀਹ ਦੇ ਅਧੀਨ ਹੈ, ਇਸੇ ਪ੍ਰਕਾਰ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਹੋਣ। ਅਤੇ ਪਹਿਲਾ ਪਤਰਸ 3 ਅਧਿਆਇ 3 ਤੋਂ 4 ਵਚਨ। ਅਤੇ ਤੁਹਾਡਾ ਸ਼ਿੰਗਾਰ ਸਿਰ ਗੁੰਦਣਾ ਅਤੇ ਸੋਨੇ ਦੇ ਗਹਿਣੇ ਪਾਉਣਾ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ, ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਬਿਨਾਸ਼ੀ ਸ਼ਿੰਗਾਰ ਨਾਲ ਹੈ, ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ। ਕਿਉਂ ਜੋ ਇਹ ਪਰਮੇਸ਼ਰ ਦੇ ਲੇਖੇ ਵੱਡਾ ਮੁੱਲ ਦਾ ਹੈ। ਔਰਤੋ, ਹੁਣ ਤੁਹਾਡੇ ਕੋਲ ਮੈਂ ਕੁਝ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਕੀ ਮੈਂ ਘਰ ਵਿੱਚ ਇਸ ਤਰ੍ਹਾਂ ਹੀ ਜੀਵਨ ਬਤੀਤ ਕਰਦੀ ਹਾਂ? ਕੀ ਮੈਂ ਪਰਮੇਸ਼ਰ ਦੀ ਨਜ਼ਰਾਂ ਵਿੱਚ ਆਪਣੇ ਦਿਲ ਦੇ ਅੰਦਰ ਇਹੋ ਜਿਹੀਆਂ ਗੱਲਾਂ ਰੱਖਦੀ ਹਾਂ ਕਿ ਮੇਰਾ ਪਤੀ ਆਪਣੇ ਪ੍ਰਤੀ ਮੇਰੀ ਇਸ ਜ਼ਿੰਮੇਵਾਰੀ ਨੂੰ ਵੇਖਦਾ ਹੈ ਜਿਸ ਤਰ੍ਹਾਂ ਕਿ ਬਾਈਬਲ ਦਾ ਵਚਨ ਆਖਦਾ ਹੈ? ਕੀ ਮੇਰੇ ਬੱਚੇ ਇਸ ਤਰ੍ਹਾਂ ਦੀ ਮਾਂ ਦੇ ਰੂਪ ਵਿੱਚ ਵੇਖਦੇ ਹਨ ਜੋ ਆਪਣੇ ਪਤੀ ਨੂੰ ਪ੍ਰੇਮ ਕਰਦੀ ਹੈ, ਜਿਸ ਤਰ੍ਹਾਂ ਕਿ ਉੱਪਰਲੇ ਸੰਦੇਸ਼ ਦੇ ਅਨੁਸਾਰ ਹੋਣਾ ਚਾਹੀਦਾ ਹੈ? ਜੇ ਮੈਨੂੰ ਇੱਕ ਮੌਕਾ ਹੋਰ ਮਿਲੇ ਪਰਿਵਾਰ ਵਿੱਚ ਇੱਕ ਸਮੇਂ ਹੋਰ, ਤਾਂ ਕਿ ਇਸ ਸੱਚਾਈ ਨੂੰ ਮੈਂ ਸਾਬਤ ਕਰ ਸਕਾਂ, ਅਤੇ ਮੈਂ ਅੱਜ ਦੀ ਰਾਤ ਇੱਕ ਛੋਟੀ ਜਿਹੀ ਸੱਟ ਮਾਰਨ ਜਾ ਰਿਹਾ ਹਾਂ। ਮੇਰਾ ਮਤਲਬ ਹੈ ਮੇਰੇ ਜੀਵਨ ਦਾ ਉਹ ਪਿਛਲਾ ਹਿੱਸਾ ਜਦ ਮੈਂ ਆਪਣੀ ਸੇਵਕਾਈ ਕੈਲੀਫੋਰਨੀਆ ਵਿੱਚ ਸ਼ੁਰੂ ਕੀਤੀ ਸੀ, ਅਤੇ ਮੈਂ ਦੱਸਣ ਵਿੱਚ ਸੰਕੋਚ ਕਰਦਾ ਹਾਂ, ਪਰ ਮੈਂ ਤੁਹਾਨੂੰ ਦੱਸਾਂਗਾ। ਅਸੀਂ 18 ਮਹੀਨੇ ਪਹਿਲਾਂ 1981 ਵਿੱਚ ਇੱਥੇ ਆਏ ਸੀ, ਅਤੇ ਕੁਝ ਚੀਜ਼ਾਂ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਮੇਰੀ ਜਵਾਨੀ ਦੀ ਨਦਾਨੀ ਅਤੇ ਅਹਿਸਾਸ ਦੀ ਕਮੀ ਨੂੰ ਪ੍ਰਗਟ ਕਰਦੀਆਂ ਹਨ, ਪਰ ਇਹਨਾਂ ਕਰਕੇ ਮੈਂ ਆਪਣੇ ਜੀਵਨ ਨੂੰ ਤਬਦੀਲ ਕਰ ਸਕਿਆ। ਜਦ ਮੈਂ ਇੱਥੇ ਆਇਆ ਸੀ ਤਦ ਜ਼ਰੂਰਤ ਸੀ ਕਿ ਕੁਝ ਬਦਲਿਆ ਜਾਏ। ਉਹਨਾਂ ਵਿੱਚੋਂ ਕੁਝ ਗੱਲਾਂ ਮੇਰੇ ਵਿਅਕਤੀਗਤ ਜੀਵਨ ਨਾਲ ਸੰਬੰਧ ਰੱਖਦੀਆਂ ਸਨ। ਮੈਂ ਜਦ ਤੱਕ ਕੁਝ ਕਰ ਨਾ ਦਿੱਤਾ ਤਦ ਤੱਕ 18 ਮਹੀਨੇ ਇੰਤਜ਼ਾਰ ਕਰਦਾ ਰਿਹਾ, ਅਤੇ ਜਦ ਇਹ ਮਹੀਨੇ ਬੀਤ ਗਏ ਅਸੀਂ ਕੁਝ ਬਦਲਾਅ ਕੀਤਾ, ਅਤੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਅਸੀਂ ਠੀਕ ਕੀਤਾ, ਪਰ ਇਹ ਗੱਲਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਸੀਂ ਇੱਕ ਗੜਬੜ ਕੀਤੀ।
ਇਹ ਸੀ। ਅਸੀਂ ਇਸ ਨੂੰ ਬਲੈਕਮੇਲ ਕਹਿ ਕੇ ਘਰ ਵਿੱਚ ਗੱਲਬਾਤ ਕਰਦੇ ਹਾਂ। ਇਹ ਬਹੁਤ ਹੀ ਮੁਸ਼ਕਿਲ ਚੀਜ਼ ਹੈ। ਮੈਂ ਇੱਥੇ ਜੋਸ਼ ਨਾਲ ਭਰ ਕੇ ਇੱਥੇ ਆਇਆ ਸੀ ਅਤੇ ਵੇਖਾ ਕਿ ਪਰਮੇਸ਼ਰ ਇਸ ਥਾਂ ਤੇ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਮੈਨੂੰ ਯਕੀਨ ਸੀ ਕਿ ਪਰਮੇਸ਼ਰ ਨੇ ਹੀ ਮੈਨੂੰ ਇੱਥੇ ਬੁਲਾਇਆ ਹੈ। ਮੈਂ ਸੋਚਿਆ ਕਿ ਹੁਣ ਇਹ ਚਰਚ ਕਦੇ ਨਹੀਂ ਛੱਡਾਂਗਾ ਜੋ ਸ਼ੁਰੂ ਕੀਤਾ ਹੈ। ਪਰ ਅਸੀਂ 18 ਮਹੀਨਿਆਂ ਤੋਂ ਇੱਥੇ ਹਾਂ ਅਤੇ ਕੁਝ ਚੀਜ਼ਾਂ ਨੂੰ ਬਦਲਣਾ ਸ਼ੁਰੂ ਕੀਤਾ ਅਤੇ ਵੇਖਿਆ ਕਿ ਇੱਕ ਵੱਡੀ ਭੀੜ ਨੂੰ ਪਰੇਸ਼ਾਨੀ ਪੈਦਾ ਹੋ ਗਈ ਅਤੇ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਤਾਂ ਫੈਸਲਾ ਕਰ ਲਿਆ ਕਿ ਉਹ ਮੇਰੇ ਬਦਲਾਅ ਦੇ ਫੈਸਲੇ ਨੂੰ ਪਸੰਦ ਨਹੀਂ ਕਰਦੇ ਅਤੇ ਇਸ ਲਈ ਮੈਨੂੰ ਵੀ ਪਸੰਦ ਨਹੀਂ ਕਰਦੇ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇੱਥੇ ਆਉਣ ਤੋਂ ਪਹਿਲਾਂ ਮੈਂ ਕਦੇ ਅਹਿਸਾਸ ਨਹੀਂ ਸੀ ਕੀਤਾ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਘਟੇਗੀ। ਮੈਂ 1969 ਵਿੱਚ 7 ਪਰਿਵਾਰਾਂ ਦੇ ਨਾਲ ਕਲੀਸਿਆ ਸ਼ੁਰੂ ਕੀਤੀ ਸੀ, ਜੋ ਵੱਧਦੀ ਹੋਈ 12 ਸਾਲਾਂ ਵਿੱਚ 1500 ਲੋਕਾਂ ਦੀ ਹੋ ਗਈ ਸੀ ਅਤੇ ਕਦੇ ਵੀ ਕਿਸੇ ਸਭਾ ਵਿੱਚ ਜੋ ਅਸੀਂ ਇਹਨਾਂ ਵਰ੍ਹਿਆਂ ਵਿੱਚ ਕੀਤੀਆਂ ਸਨ, ਕਦੇ ਵੀ ਕਿਸੇ ਨੇ ਕਿਸੇ ਇੱਕ ਚੀਜ਼ ਨੂੰ ਵੀ ਗਲਤ ਨਹੀਂ ਆਖਿਆ ਸੀ। ਤੁਸੀਂ ਆਖ ਸਕਦੇ ਹੋ ਕਿ ਇਹ ਇਸ ਤਰ੍ਹਾਂ ਦੀ ਜਗ੍ਹਾ ਸੀ। ਹਾਂ, ਇਹ ਇਸ ਤੋਂ ਵੱਧ ਨਹੀਂ ਸੀ, ਪਰ ਇਸ ਤਰ੍ਹਾਂ ਦੀ ਸੀ। ਤੁਸੀਂ ਜਾਣਦੇ ਹੋ ਕਿ ਮੈਂ ਇਸ ਦਾ ਮੂਲ ਆਧਾਰ ਸੀ ਅਤੇ ਮੈਂ ਕਈ ਲੋਕਾਂ ਨੂੰ ਮਸੀਹ ਕੋਲ ਲਿਆ ਸਕਿਆ ਅਤੇ ਉਹਨਾਂ ਨੂੰ ਬਪਤਿਸਮਾ ਦਿੱਤਾ ਅਤੇ ਉਹਨਾਂ ਦੀ ਧਾਰਨਾ ਇਸ ਤਰ੍ਹਾਂ ਦੀ ਸੀ, ਪਾਸਟਰ ਜੀ, ਜੋ ਕੁਝ ਤੁਸੀਂ ਸੋਚਦੇ ਹੋ ਸਾਨੂੰ ਉਸ ਲਈ ਜ਼ਰੂਰਤ ਹੈ। ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਉਸ ਤਰ੍ਹਾਂ ਕਰੀਏ ਅਤੇ ਇਸ ਤਰ੍ਹਾਂ ਉਹ ਤਾਰੀਫ ਕਰਦੇ ਸੀ ਅਤੇ ਆਪ ਵੀ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਸੀ। ਪਰਮੇਸ਼ਰ ਦੀ ਮਹਿਮਾ ਹੋਵੇ। ਇਹ ਇਸ ਤਰ੍ਹਾਂ ਸੀ ਜਿਵੇਂ ਪਰਮੇਸ਼ਰ ਦਾ ਹੱਥ ਉੱਪਰ ਸੀ। ਪਰ ਇੱਥੇ 18 ਮਹੀਨੇ ਬਾਅਦ ਜਦ ਮੈਂ ਕੁਝ ਬਦਲਾਅ ਕੀਤਾ ਅਤੇ ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਆਪਣੇ ਦਫ਼ਤਰ ਵਿੱਚ ਬੈਠਾ ਹੋਇਆ ਸੀ। ਇੱਕ ਵਿਅਕਤੀ ਜੋ ਸਾਡੀ ਕਲੀਸਿਆ ਦਾ ਸੀ, ਪਰ ਇਹ ਨਹੀਂ ਸੀ ਜਾਣਦਾ ਕਿ ਉਹ ਕੌਣ ਸੀ ਅਤੇ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਉਹ ਕੌਣ ਸੀ। ਉਸਨੇ ਮੇਰੇ ਸੈਕਟਰੀ ਨੂੰ ਕਿਹਾ ਕਿ ਉਸਨੇ ਲੋਕਾਂ ਦੀ ਅਪੀਲ ਨੂੰ ਇਕੱਠਾ ਕੀਤਾ ਹੈ ਜੋ ਚਾਹੁੰਦੇ ਹਨ ਕਿ ਮੈਂ ਤਿਆਗ ਪੱਤਰ ਦੇਵਾਂ ਅਤੇ ਉਸ ਕੋਲ ਕਈ ਨਾਮ ਸਨ। ਉਹ ਸੋਚ ਰਿਹਾ ਸੀ ਕਿ ਉਹ ਮੇਰੇ ਕੋਲ ਤਿਆਗ ਪੱਤਰ ਲੈ ਕੇ ਆਵੇਗਾ ਅਤੇ ਧਮਕੀ ਦਿੱਤੀ ਕਿ ਅੱਜ ਰਾਤ ਇੱਕ ਸਭਾ ਬੁਲਾਈ ਗਈ ਹੈ। ਉਸਨੇ ਆਖਿਆ ਕਿ ਉਸ ਕੋਲ 100 ਬੰਦੀਆਂ ਤੋਂ ਉੱਪਰ ਨਾਮ ਹਨ। ਠੀਕ ਹੈ, ਅੱਜ ਤੋਂ ਪਹਿਲਾਂ ਮੇਰੇ ਜੀਵਨ ਵਿੱਚ ਮੇਰੀ ਵਿਰੋਧਤਾ ਲਈ ਐਸੀ ਕੋਈ ਚੀਜ਼ ਨਹੀਂ ਘਟੀ ਸੀ। ਮੇਰੀ ਕਲੀਸਿਆ ਵਿੱਚ ਕਦੇ ਕਿਸੇ ਇੱਕ ਵਿਅਕਤੀ ਨੇ ਵੀ ਕਦੇ ਮੇਰੀ ਇਸ ਤਰ੍ਹਾਂ ਦੀ ਖਿਲਾਫਤਾ ਨਹੀਂ ਕੀਤੀ ਸੀ। ਜਦ ਇਹ ਘਟਨਾ ਘਟੀ ਸੀ ਤਾਂ ਮੇਰੀ ਪਤਨੀ ਵੀ ਮੇਰੇ ਨਾਲ ਬੈਠੀ ਸੀ ਅਤੇ ਮੈਨੂੰ ਯਕੀਨ ਹੈ ਉਸ ਨੂੰ ਵੀ ਇਹ ਯਾਦ ਹੋਵੇਗਾ। ਇਹ ਸੱਚੀ ਗੱਲ ਹੈ। ਮੈਨੂੰ ਬਹੁਤ ਧੱਕਾ ਲੱਗਾ ਸੀ। ਮੈਂ ਆਪਣੇ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਮੈਨੂੰ ਯਾਦ ਹੈ ਮੈਂ ਆਪਣੀ ਪਤਨੀ ਨੂੰ ਇਸ ਤਰ੍ਹਾਂ ਆਖਿਆ, ਹਨੀ, ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਤੈਨੂੰ ਇਸ ਗੜਬੜ ਜਗ੍ਹਾ ਤੇ ਲੈ ਕੇ ਆਇਆ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੇ। ਮੈਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਇੱਥੇ ਮੇਰੇ ਨਾਲ ਇਸ ਤਰ੍ਹਾਂ ਹੋਵੇਗਾ। ਮੈਂ ਨਹੀਂ ਜਾਣਦਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਪਰ ਇਸ ਦੇ ਪ੍ਰਤੀ ਮੈਂ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ। ਪਰ ਇਸ ਤੋਂ ਜ਼ਿਆਦਾ ਜ਼ਿੰਮੇਵਾਰੀ ਇਹ ਮਹਿਸੂਸ ਕਰ ਰਿਹਾ ਹਾਂ ਕਿ ਤੂੰ ਇਸ ਦੇ ਪ੍ਰਤੀ ਕੀ ਸੋਚਦੀ ਹੋਵੇਂਗੀ ਅਤੇ ਮੈਨੂੰ ਅਫਸੋਸ ਹੈ ਕਿ ਤੈਨੂੰ ਵੀ ਇਹ ਸਭ ਕੁਝ ਸੁਣਨਾ ਪਿਆ। ਮੈਂ ਸੋਚਦਾ ਹਾਂ ਕਾਸ਼ ਤੂੰ ਇੱਥੇ ਨਾ ਹੁੰਦੀ। ਤਦ ਅਸੀਂ ਦੋਵੇਂ ਰੋਣ ਲੱਗ ਪਏ। ਮੈਂ ਨਹੀਂ ਜਾਣਦਾ, ਸ਼ਾਇਦ ਅਸੀਂ ਆਪਣੇ ਅੰਦਰ ਅਫਸੋਸ ਕਰ ਰਹੇ ਸੀ ਜਾਂ ਇਹ ਸੱਚਮੁੱਚ ਇੱਕ ਗਲਤੀ ਸੀ, ਪਰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸੱਚ ਹੈ, ਅਸੀਂ ਦੁੱਖ ਨਾਲ ਤੜਪ ਰਹੇ ਸੀ। ਕੁਝ ਦੇਰ ਬਾਅਦ ਮੇਰੇ ਵੱਲ ਵੇਖ ਕੇ ਮੇਰੀ ਪਤਨੀ ਕੁਝ ਕਹਿਣਾ ਚਾਹੁੰਦੀ ਸੀ ਅਤੇ ਮੈਂ ਇਸ ਗੱਲ ਨੂੰ ਕਦੇ ਨਹੀਂ ਭੁੱਲਾਂਗਾ। ਉਸਨੇ ਆਖਿਆ, ਡੇਵਿਡ, ਮੈਂ ਤੈਨੂੰ ਆਖਦੀ ਹਾਂ ਕਿ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਮੇਰੇ ਬੱਚੇ ਅਤੇ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਸਾਡਾ ਭਵਿੱਖ ਕੀ ਹੋਵੇਗਾ। ਫਿਕਰ ਤਾਂ ਤੇਰੇ ਭਵਿੱਖ ਦੀ ਹੈ। ਪਰਮੇਸ਼ਰ ਤੇਰੀ ਚਿੰਤਾ ਕਰੇਗਾ ਅਤੇ ਅਸੀਂ ਤੈਨੂੰ ਪ੍ਰੇਮ ਕਰਦੇ ਹਾਂ ਅਤੇ ਤੇਰੇ ਤੇ ਇੰਨਾ ਵਿਸ਼ਵਾਸ ਕਰਦੇ ਹਾਂ ਕਿ ਸ਼ਾਇਦ ਤੂੰ ਇਸ ਨੂੰ ਨਹੀਂ ਸਮਝ ਸਕਦਾ। ਇਸ ਲਈ ਅੱਜ ਦੀ ਰਾਤ ਲਈ ਚਿੰਤਾ ਨਾ ਕਰ। ਜੋ ਕੁਝ ਵੀ ਸਾਡੇ ਨਾਲ ਹੋਵੇਗਾ ਉਹ ਅੱਛਾ ਹੀ ਹੋਵੇਗਾ। ਵਾਹ, ਇੱਕ ਪਤਨੀ ਆਦਮੀ ਲਈ ਕਿਸ ਤਰ੍ਹਾਂ ਦੀ ਸਾਬਤ ਹੋ ਸਕਦੀ ਹੈ। ਕੀ ਇਹ ਠੀਕ ਨਹੀਂ? ਪਤਨੀ ਦੀ ਇਸ ਤਰ੍ਹਾਂ ਦੀ ਗੱਲ ਮੇਰੇ ਦਿਲ ਨੂੰ ਛੂਹ ਗਈ ਅਤੇ ਇਹ ਮੇਰੇ ਲਈ ਇੱਕ ਸੁਨਹਿਰੀ ਯਾਦਗਾਰ ਹੈ। ਇਸ ਘੜੀ ਤੋਂ ਪਹਿਲਾਂ ਮੈਂ ਆਪਣੇ ਜੀਵਨ ਦੇ ਬਾਰੇ ਅਤੇ ਆਪਣੀ ਸੇਵਕਾਈ ਦੇ ਬਾਰੇ ਖਤਰੇ ਦੀ ਆਸ ਕਰ ਰਿਹਾ ਸੀ, ਪਰ ਦੋਨਾਂ ਨੇ ਮੈਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਇਸ ਸਮੱਸਿਆ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ। ਮੈਂ ਇਹ ਅਹਿਸਾਸ ਕੀਤਾ ਕਿ ਮੇਰੀ ਪਤਨੀ ਅਤੇ 4 ਬੱਚੇ ਮੈਨੂੰ ਗਹਿਰਾਈ ਨਾਲ ਪਿਆਰ ਕਰਦੇ ਹਨ। ਇਸ ਜਗਤ ਵਿੱਚ ਸਾਡੇ ਘਰ ਤੋਂ ਬਾਹਰ ਜੋ ਕੁਝ ਵੀ ਹੁੰਦਾ ਹੈ ਉਹ ਜ਼ਿਆਦਾ ਮਹੱਤਵ ਨਹੀਂ ਰੱਖਦਾ। ਤੁਸੀਂ ਵੇਖਦੇ, ਜੇ ਸਾਡਾ ਪ੍ਰੇਮ ਇਸ ਤਰ੍ਹਾਂ ਦਾ ਹੋਵੇ ਤਾਂ ਅਸੀਂ ਮਜ਼ਬੂਤੀ ਦਾ ਅਹਿਸਾਸ ਕਰ ਸਕਦੇ ਹਾਂ, ਭਾਵੇਂ ਸਭ ਕੁਝ ਡਿੱਗਦਾ ਨਜ਼ਰ ਆਵੇ ਅਤੇ ਸਾਡੇ ਕੋਲ ਉਹ ਚੀਜ਼ ਹੁੰਦੀ ਹੈ ਜਿਸ ਨੂੰ ਕੋਈ ਪੈਸੇ ਨਾਲ ਖਰੀਦ ਨਹੀਂ ਸਕਦਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਘਰ ਵਿੱਚ ਵੀ ਇਸੇ ਤਰ੍ਹਾਂ
ਦੇ ਸੰਬੰਧ ਹੋਣ। ਜਿਸ ਦਿਨ ਮੇਰੀ ਪਤਨੀ ਅਤੇ ਮੇਰੇ ਪਰਿਵਾਰ ਨੇ ਮੈਨੂੰ ਇਹ ਪ੍ਰੇਮ ਪ੍ਰਗਟ ਕੀਤਾ, ਇਸ ਨੂੰ ਕਦੇ ਵੀ ਆਪਣੇ ਦਿਲ ਤੋਂ ਬਾਹਰ ਨਹੀਂ ਕੱਢ ਸਕਦਾ। ਪਰਮੇਸ਼ਰ ਦੀ ਮਹਿਮਾ ਕਰਦਾ ਹਾਂ ਕਿ ਉਸ ਨੇ ਉਸ ਥਾਂ ਤੇ ਉਪਦਰਵ ਤੋਂ ਬਚਾਇਆ। ਉਹ ਮੁਸੀਬਤ ਭਰੇ ਦਿਨ ਸੀ। ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਜਾਣਦਾ ਸੀ ਕਿ ਉਸ ਦੇ ਮਨ ਵਿੱਚ ਕੀ ਹੈ। ਮੈਂ ਹਰ ਇੱਕ ਨੂੰ ਦੱਸਿਆ। ਮੈਂ ਇਸ ਜਗ੍ਹਾ ਤੋਂ ਇਸ ਲਈ ਪਾਰ ਹੋ ਸਕਿਆ ਤਾਂ ਕਿ ਉਹਨਾਂ ਲੋਕਾਂ ਲਈ ਉੱਥੇ ਬਣਿਆ ਰਹਾਂ ਕਿ ਇਹ ਮਜ਼ੇ ਦੀ ਗੱਲ ਨਹੀਂ, ਮੇਰੇ ਲਈ ਬੀਤੇ ਸਮੇਂ ਦੀ ਇਹ ਇੱਕ ਯਾਦਗਾਰ ਹੈ। ਅਤੇ ਮੈਂ ਸੋਚ ਸਕਦਾ ਹਾਂ ਤੁਹਾਡੇ ਵਿੱਚੋਂ ਕੁਝ ਲੋਕਾਂ ਕੋਲ ਇਸ ਤਰ੍ਹਾਂ ਦੀ ਯਾਦਗਾਰ ਹੋਵੇਗੀ। ਜਦ ਜੋ ਚੀਜ਼ਾਂ ਤੁਹਾਡੇ ਲਈ ਮਹੱਤਵਪੂਰਨ ਹਨ, ਉਹੀ ਤੁਹਾਨੂੰ ਡਰਾਉਂਦੀਆਂ ਹੋਣਗੀਆਂ। ਕੀ ਇਹ ਅਦਭੁਤ ਨਹੀਂ ਕਿ ਜਦ ਤੁਸੀਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਸਕੋ ਤਾਂ ਤੁਹਾਡਾ ਦੂਜਾ ਸਾਥੀ ਆਪਣੀਆਂ ਦੋਹਾਂ ਬਾਹਾਂ ਨਾਲ ਫੜ ਕੇ ਤੁਹਾਨੂੰ ਤੁਹਾਡੇ ਨਾਲ ਖੜਾ ਹੋ ਜਾਵੇ। ਨੰਬਰ 6, ਸ਼ਾਦੀ ਇਸ ਸੰਬੰਧ ਦੇ ਵਿੱਚ ਮਸੀਹ ਕੇਂਦਰ ਹੈ। ਇਹ ਇਤਫਾਕ ਨਹੀਂ ਕਿ ਨਵੇਂ ਨੇਮ ਵਿੱਚ ਪਰਮੇਸ਼ਰ ਆਖਦਾ ਹੈ ਪਤੀ ਪਤਨੀ ਦਾ ਸੰਬੰਧ ਇਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਮਸੀਹ ਦਾ ਆਪਣੀ ਕਲੀਸਿਆ ਨਾਲ। ਹੁਣ ਜਰਾ ਧਿਆਨ ਨਾਲ ਵੇਖੋ, ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਆਪਣੇ ਅੰਦਰ ਐਸਾ ਅਦਭੁਤ ਸੰਬੰਧ ਆਪਣੀ ਕੀਮਤੀ ਸਾਥੀ ਨਾਲ ਬਣਾਈਏ ਜਿਸ ਨੂੰ ਪਰਮੇਸ਼ਰ ਨੇ ਸਾਡੇ ਪਤੀ ਜਾਂ ਪਤਨੀ ਹੋਣ ਲਈ ਦਿੱਤਾ ਹੈ। ਪੀਟਰ ਮਾਰਸ਼ਲ ਨੇ ਇਸ ਸੰਬੰਧ ਦੇ ਬਾਰੇ ਇਸ ਤਰ੍ਹਾਂ ਬਿਆਨ ਕੀਤਾ, ਸ਼ਾਦੀ ਇੱਕ ਦੋ ਸਰਬ ਉੱਚ ਰਾਹ ਦਾ ਸੰਗ ਨਹੀਂ। ਸ਼ਾਦੀ ਇੱਕ ਇਕੱਠ ਹੈ ਜੋ ਘਰੇਲੂ, ਸਮਾਜਿਕ, ਆਤਮਿਕ ਅਤੇ ਸਰੀਰਕ ਏਕਤਾ ਦਾ ਸਰੂਪ ਹੈ। ਇਹ ਦੋ ਦਿਲਾਂ ਦਾ ਮਿਸ਼ਰਣ ਹੈ, ਦੋ ਜੀਵਨਾਂ ਦਾ ਇਕੱਠ ਹੈ। ਦੋਨੇ ਮਿਲ ਕੇ ਇੱਕ ਦੂਜੇ ਦੇ ਅਧੀਨ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਸ਼ਾਦੀ ਦੇ ਬਾਅਦ ਇੱਕੋ ਹੀ ਦਿਸ਼ਾ ਵਿੱਚ ਤੁਰਦੇ ਹਨ ਅਤੇ ਜ਼ਿੰਮੇਵਾਰੀਆਂ ਨੂੰ ਮਿਲ ਕੇ ਪੂਰਾ ਕਰਦੇ ਹਨ। ਕੀ ਇਹ ਸ਼ਬਦਾਂ ਦੀ ਖੂਬਸੂਰਤੀ ਨਹੀਂ? ਸ਼ਾਦੀ ਵਿੱਚ ਦੋ ਅਧੀਨ ਵਿਅਕਤੀ ਇੱਕ ਦੂਜੇ ਦੇ ਨਜ਼ਦੀਕ ਆਉਂਦੇ ਹਨ ਅਤੇ ਜਦ ਇਕੱਠੇ ਹੋ ਜਾਂਦੇ ਹਨ ਫਿਰ ਉਹ ਕਦੇ ਅਲੱਗ ਨਹੀਂ ਹੋ ਸਕਦੇ ਅਤੇ ਉਹ ਮਿਲ ਕੇ ਚੱਲਦੇ ਹਨ ਅਤੇ ਇੱਕੋ ਹੀ ਬੋਝ ਚੁੱਕਦੇ ਹਨ ਅਤੇ ਇੱਕੋ ਹੀ ਦਿਸ਼ਾ ਵੱਲ ਤੁਰਦੇ ਹਨ ਅਤੇ ਉਹ ਇਕੱਠੇ ਹਨ। ਸ਼ਾਦੀ ਦੀ ਰਸਮ ਵਿੱਚ ਅਸੀਂ ਕੀ ਕਰਦੇ ਹਾਂ? ਜਦ ਅਸੀਂ ਮੋਮਬੱਤੀਆਂ ਲੈਂਦੇ ਹਾਂ ਅਤੇ ਉਹਨਾਂ ਵਿੱਚੋਂ ਦੋ ਹਨ ਅਤੇ ਅਸੀਂ ਇੱਕ ਨੂੰ ਜਲਾਉਂਦੇ ਹਾਂ ਅਤੇ ਦੂਏ ਨੂੰ ਬੁਝਾ ਦਿੰਦੇ ਹਾਂ। ਰੌਸ਼ਨੀ ਦੋ ਮੋਮਬੱਤੀਆਂ ਵਿੱਚ ਹੀ ਸੀ, ਹੁਣ ਇੱਕ ਮੋਮਬੱਤੀ ਵਿੱਚ ਹੈ। ਆਪਣੀ ਵਿਅਕਤੀਗਤ ਰੌਸ਼ਨੀ ਬੁਝ ਜਾਂਦੀ ਹੈ। ਸਾਡੀ ਚਰਚ ਵਿੱਚ ਬਹੁਤ ਸਾਰੀਆਂ ਸ਼ਾਦੀਆਂ ਰਸਮਾਂ ਹੁੰਦੀਆਂ ਹਨ। ਮੈਂ ਸੋਚਦਾ ਹਾਂ ਮੇਰੇ ਉੱਥੇ ਪਾਸਟਰ ਹੋਣਾ ਮੇਰੇ ਲਈ ਬਹੁਤ ਅੱਛਾ ਹੈ, ਪਰ ਮੈਨੂੰ ਕੁਝ ਯਾਦ ਹੈ। ਕੁਝ ਸਾਲ ਪਹਿਲਾਂ ਜਦ ਅਸੀਂ ਸ਼ਾਦੀ ਦੀ ਰਸਮ ਕਰ ਰਹੇ ਸੀ, ਅਸੀਂ ਕੁਝ ਇਸ ਤਰ੍ਹਾਂ ਕੀਤਾ ਜੋ ਸਾਡੇ ਲਈ ਅੱਗੇ ਤੋਂ ਸ਼ਾਦੀ ਲਈ ਰਸਮ ਕਰਨ ਦਾ ਹਿੱਸਾ ਬਣ ਗਿਆ, ਕਿਉਂ ਜੋ ਉਹ ਬਹੁਤ ਅੱਛੀ ਗੱਲ ਸੀ। ਮੈਂ ਨਹੀਂ ਜਾਣਦਾ ਇਹ ਗੱਲ ਕਿੱਥੋਂ ਆਈ, ਮੈਂ ਨਹੀਂ ਜਾਣਦਾ ਇਹ ਪਹਿਲਾਂ ਤੋਂ ਸੀ ਜਾਂ ਸਾਨੂੰ ਇਸ ਤਰ੍ਹਾਂ ਮਿਲੀ, ਪਰ ਇਸ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਕਿ ਸ਼ਾਦੀ ਕੀ ਹੈ। ਇਹ ਸ਼ਾਦੀ ਦੀ ਰਸਮ ਦਾ ਇਹ ਇੱਕ ਹਿੱਸਾ ਹੈ। ਧਿਆਨ ਨਾਲ ਸੁਣੋ, ਦੋ ਵਿਅਕਤੀ ਜੋ ਯਿਸੂ ਮਸੀਹ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਨੂੰ ਸ਼ਾਦੀ ਵਿੱਚ ਇਕੱਠਾ ਕਰਨ ਲਈ ਉਹਨਾਂ ਦੋਵਾਂ ਦੀ ਜ਼ਿੰਦਗੀ ਵਿੱਚ ਕੇਂਦਰ ਹੁੰਦਾ ਹੈ। ਇਹ ਕੇਂਦਰ ਉਹਨਾਂ ਤੋਂ ਬਾਹਰ ਹੁੰਦਾ ਹੈ ਅਤੇ ਅੱਗੇ ਵੱਧ ਕੇ ਉਹਨਾਂ ਦੀ ਵਿਅਕਤੀਗਤ ਮਰਜ਼ੀ ਨੂੰ ਆਪਣੀ ਮਰਜ਼ੀ ਨਾਲ ਮਿਲਾਉਂਦਾ ਹੈ। ਉਹਨਾਂ ਦੀ ਸ਼ਕਤੀ ਅਤੇ ਉਹਨਾਂ ਦੇ ਪ੍ਰੇਮ ਨੂੰ ਆਪਣੇ ਪ੍ਰੇਮ ਵਿੱਚ ਢਾਲਦਾ ਹੈ। ਜਿਸ ਤਰ੍ਹਾਂ ਕਿ ਉਹ ਉਸ ਦੇ ਨਾਲ ਜੁੜੇ ਰਹਿੰਦੇ ਹਨ, ਉਸੇ ਤਰ੍ਹਾਂ ਉਹ ਆਪਸ ਵਿੱਚ ਜੁੜੇ ਰਹਿਣ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਮਨੁੱਖ ਦੇ ਇੱਕ ਪਾਸੇ ਦੇ ਹਿੱਸੇ ਤੋਂ ਬਣਾਇਆ ਅਤੇ ਉਸ ਜਗ੍ਹਾ ਵਿੱਚ ਬਾਸ ਭਰ ਦਿੱਤਾ, ਪਰ ਸ਼ਾਦੀ ਵਿੱਚ ਉਹ ਇਸ ਜਗ੍ਹਾ ਨੂੰ ਖਾਲੀ ਕਰ ਦਿੰਦਾ ਹੈ। ਉਸ ਜਗ੍ਹਾ ਤੇ ਮਨੁੱਖ ਨੂੰ ਦਰਦ ਹੁੰਦੀ ਹੈ ਅਤੇ ਉਹ ਔਰਤ ਨੂੰ ਫਿਰ ਉਸੇ ਜਗ੍ਹਾ ਤੇ ਹੀ ਰੱਖ ਦਿੰਦਾ ਹੈ। ਹੁਣ ਉਹ ਹਮੇਸ਼ਾ ਉਸ ਜਗ੍ਹਾ ਤੇ ਹੈ, ਉਸ ਜਗ੍ਹਾ ਤੇ ਉਸ ਦਾ ਦਖਲ ਹੈ, ਜਦ ਤੱਕ ਕਿ ਮਨੁੱਖ ਇਹ ਨਹੀਂ ਸਮਝ ਜਾਂਦਾ ਕਿ ਇਹ ਉਸ ਦਾ ਆਪਣਾ ਹੀ ਸਰੀਰ ਹੈ। ਸ਼ਾਦੀ ਵਿੱਚ ਮਨੁੱਖ ਤੀਵੀਂ ਨੂੰ ਚੀਰ ਕੇ ਵੇਖਦਾ ਹੈ ਅਤੇ ਔਰਤ ਉਸ ਨੂੰ ਆਪਣਾ ਮਾਸ ਵੇਖਦੀ ਹੈ ਜੋ ਉਸ ਦੀ ਹੱਡੀ ਤੋਂ ਰਚਿਆ ਹੋਇਆ ਹੈ। ਪਰਮੇਸ਼ਰ ਆਖਦਾ ਹੈ ਇਹ ਇਸ ਤਰ੍ਹਾਂ ਹੀ ਹੈ। ਪਰਮੇਸ਼ਰ ਚਾਹੁੰਦਾ ਹੈ ਉਹ ਇਸ ਨੂੰ ਗੁਪਤ ਰੱਖਦੇ ਹੋਏ ਆਪਣੇ ਜੀਵਨ ਨੂੰ ਲਹੂ ਦੇ ਦੁਆਰਾ ਆਤਮਾ ਵਿੱਚ ਮੇਰੇ ਨਾਲ ਜੁੜੇ ਰਹਿਣ। ਮੈਂ ਆਪਣੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ ਕਿ ਸ਼ਾਦੀ ਖਜ਼ਾਨਾ ਬਣ ਸਕਦੀ ਹੈ। ਬਾਈਬਲ ਆਖਦੀ ਹੈ ਇਹ ਬਣ ਸਕਦੀ ਹੈ ਜੇ ਯਿਸੂ ਮਸੀਹ ਕੇਂਦਰ ਵਿੱਚ ਹੋਵੇ। ਮੈਨੂੰ ਯਾਦ ਹੈ ਜਦ ਮੈਂ ਕਟਨੀ ਆਇਆ ਸੀ ਅਤੇ ਉਸ ਦੀ ਪਤਨੀ ਕਰਨੀ ਨੇ ਮੰਚ ਉੱਤੇ ਇੱਕ ਵਚਨ ਦਿੱਤਾ ਅਤੇ ਉਸ ਨੇ ਇਹ ਦੱਸਿਆ ਕਿ ਬਿਲ ਨੇ ਪਹਿਲੀ ਵਾਰ ਪਰਮੇਸ਼ਰ ਨੂੰ ਜਾਣਿਆ ਅਤੇ ਉਸ ਨਾਲ ਚੱਲਣ ਲੱਗ ਪਿਆ ਸੀ ਅਤੇ ਉਸ ਨੇ ਇਸ ਤਰ੍ਹਾਂ ਅਹਿਸਾਸ ਕੀਤਾ ਸੀ ਕਿ ਉਹ ਹਮੇਸ਼ਾ ਉਸ ਦੇ ਨਾਲ ਚੱਲਣ ਦਾ ਯਤਨ ਕਰੇਗੀ, ਪਰ ਉਹ ਕਰ ਨਾ ਸਕੀ। ਉਹ ਹਮੇਸ਼ਾ ਉੱਪਰ ਵਾਲੇ ਹਿੱਸੇ ਤੇ ਹੀ ਰਹਿੰਦੀ ਸੀ। ਉਹ ਨੀਵੇਂ ਪਾਸੇ ਵੱਲ ਕੋਸ਼ਿਸ਼ ਕਰਦੀ ਸੀ ਕਿ ਉਸ ਤੱਕ ਪਹੁੰਚੇ, ਪਰ ਨਿਰਾਸ਼ਾ ਹੀ ਮਹਿਸੂਸ ਕਰਦੀ ਸੀ। ਤਦ ਕਿਸੇ ਨੇ ਆ ਕੇ ਵਿਖਾਇਆ ਕਿ ਬਿਲ ਨਾਲ ਇਸ ਤਰ੍ਹਾਂ ਸੰਬੰਧ ਰੱਖਣਾ ਠੀਕ ਨਹੀਂ।
ਪਰ ਇਹ ਸੰਬੰਧ ਤਾਂ ਪਰਮੇਸ਼ਰ ਨਾਲ ਹੋਣਾ ਚਾਹੀਦਾ ਹੈ। ਅਤੇ ਉਹ ਦੱਸਦੀ ਹੈ, ਮੈਂ ਸਮਝ ਗਈ ਅਤੇ ਯਿਸੂ ਮਸੀਹ ਨਾਲ ਆਪਣਾ ਸੰਬੰਧ ਦ੍ਰਿੜ ਕਰਨ ਲੱਗ ਪਈ। ਅਤੇ ਉਹ ਆਖਦੀ ਹੈ, ਅੰਦਾਜ਼ਾ ਲਗਾਓ ਕੀ ਹੋਇਆ। ਜਿੰਨਾ ਨਜ਼ਦੀਕ ਮੈਂ ਪਰਮੇਸ਼ਰ ਵੱਲ ਗਈ, ਉਨਾ ਹੀ ਨਜ਼ਦੀਕ ਮੈਂ ਆਪਣੇ ਆਪ ਨੂੰ ਬਿਲ ਵੱਲ ਵੇਖਿਆ। ਕਿਉਂਕਿ ਜਦ ਅਸੀਂ ਪਰਮੇਸ਼ਰ ਨੂੰ ਉੱਪਰ ਰੱਖਿਆ ਤੇ ਅਸੀਂ ਦੋਵੇਂ ਹੀ ਪਰਮੇਸ਼ਰ ਦੇ ਨਜ਼ਦੀਕ ਹੋ ਗਏ। ਇਹ ਕਿੰਨੀ ਸੋਹਣੀ ਤਸਵੀਰ ਹੈ। ਜਦ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਜਾਣ ਜਾਂਦੇ ਹਾਂ ਅਤੇ ਜਦ ਯਿਸੂ ਮਸੀਹ ਸਾਡੇ ਵਿੱਚ ਆ ਜਾਂਦਾ ਹੈ, ਜਦ ਅਸੀਂ ਉਸ ਨੂੰ ਆਪਣੇ ਜੀਵਨ ਤੇ ਕਬਜ਼ਾ ਕਰਨ ਲਈ ਆਖਦੇ ਹਾਂ। ਜਵਾਨ ਲੋਕੋ, ਜੇ ਤੁਸੀਂ ਭਵਿੱਖ ਵਿੱਚ ਸ਼ਾਦੀ ਕਰਨ ਲਈ ਸੋਚ ਰਹੇ ਹੋ, ਮੈਂ ਆਸ਼ਾ ਕਰਦਾ ਹਾਂ ਤੁਸੀਂ ਉਸ ਨੂੰ ਲੱਭ ਲੈਂਦੇ ਹੋ। ਜੇ ਇਸ ਤਰ੍ਹਾਂ ਦੀ ਖੋਜ ਕਰ ਰਹੇ ਹੋ, ਸ਼ਾਦੀ ਦੇ ਬਾਅਦ ਤੁਹਾਨੂੰ ਇੱਕ ਤ੍ਰਿਪੋਜ਼ ਦੀ ਤਰ੍ਹਾਂ ਤੁਹਾਨੂੰ ਪਰਮੇਸ਼ਰ ਨੂੰ ਉੱਪਰ ਰੱਖਣਾ ਪਵੇਗਾ। ਤਾਂ ਤੁਸੀਂ ਦੋਵੇਂ ਪਰਮੇਸ਼ਰ ਨਾਲ ਜੁੜੇ ਰਹਿ ਕੇ ਇੱਕ ਦੂਜੇ ਨਾਲ ਵੀ ਜੁੜ ਸਕਦੇ ਹੋ। ਇਹ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਅਕਸਰ ਮੈਂ ਆਖਦਾ ਹਾਂ, ਜਦ ਦੋ ਪਿਆਨੋ ਇੱਕੋ ਹੀ ਟਿਊਨ ਦੇ ਵੱਜਦੇ ਹਨ ਤਾਂ ਉਹਨਾਂ ਦੀ ਇੱਕੋ ਜਿਹੀ ਆਵਾਜ਼ ਸੁਣਾਈ ਦਿੰਦੀ ਹੈ। ਅਤੇ ਯਿਸੂ ਮਸੀਹ ਹੀ ਉਹ ਹੈ ਜੋ ਸ਼ਾਦੀ ਨੂੰ ਇੱਕ ਕਰ ਦਿੰਦਾ ਹੈ। ਇਸ ਲਈ ਪਰਮੇਸ਼ਰ ਤੁਹਾਡੇ ਲਈ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਉਸ ਨੂੰ ਆਪਣੇ ਜੀਵਨ ਵਿੱਚ ਆਉਣ ਦਾ ਸੱਦਾ ਦੇਵੋ। ਉਹ ਉਸ ਵੱਡੀ ਸ਼ਕਤੀ ਦੀ ਤਰ੍ਹਾਂ ਨਹੀਂ ਹੈ ਜੋ ਤੁਹਾਡੇ ਕਹੇ ਬਿਨਾਂ ਹੀ ਤੁਹਾਨੂੰ ਉਸ ਪਾਰ ਲੈ ਜਾਵੇਗੀ। ਉਹ ਤੁਹਾਡੀ ਸ਼ਾਦੀ ਦੇ ਜੀਵਨ ਵਿੱਚ ਕੁਝ ਬਦਲਾਅ ਨਹੀਂ ਕਰੇਗਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਆਖੋਗੇ, ਪ੍ਰਭੂ ਯੀਸ਼ੂ ਇਸ ਤਰ੍ਹਾਂ ਕਰਨ ਦੀ ਕਿਰਪਾ ਕਰ। ਜੇ ਤੁਸੀਂ ਉਸ ਨੂੰ ਇਸ ਤਰ੍ਹਾਂ ਕਰਨ ਦੀ ਆਖੋਗੇ, ਉਹ ਜ਼ਰੂਰ ਕਰੇਗਾ ਅਤੇ ਉਹ ਤੁਹਾਡੇ ਜੀਵਨ ਵਿੱਚ ਅਤੇ ਤੁਹਾਡੀ ਸ਼ਾਦੀ ਵਿੱਚ ਬਦਲਾਅ ਕਰ ਦੇਵੇਗਾ। ਮੈਂ ਅਹਿਸਾਸ ਕਰਦਾ ਹਾਂ ਕਿ ਸ਼ਾਦੀ ਦੇ ਬਾਅਦ ਕਈ ਲੋਕਾਂ ਦਾ ਆਪਸੀ ਸੰਬੰਧ ਟੁੱਟ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲ ਕਰਨਾ ਦੁਖਦਾਈ ਮਹਿਸੂਸ ਹੁੰਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸਮਝਾਈਏ ਕਿ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ। ਬਿਨਾਂ ਪਰਵਾਹ ਕੀਤੇ ਉਹਨਾਂ ਤੇ ਕੀ ਅਸਰ ਪੈਂਦਾ ਹੈ। ਸੱਚਾਈ ਕਿਸੇ ਵੀ ਵਕਤ ਦਿੱਤੀ ਜਾਏ, ਉਹ ਦੁਖਦਾਈ ਹੀ ਮਹਿਸੂਸ ਹੁੰਦੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ ਅਤੇ ਆਪਣੀ ਯਾਤਰਾ ਵਿੱਚ ਕਿਸ ਉੱਪਰ ਨਿਰਭਰ ਹਾਂ। ਪਰ ਤੁਸੀਂ ਜਾਣਦੇ ਹੋ ਕਿ ਇਹ ਬੇਕਾਰ ਦੀਆਂ ਗੱਲਾਂ ਨਹੀਂ ਹਨ, ਇਹ ਮਹੱਤਵਪੂਰਨ ਹਨ। ਕਿਉਂਕਿ ਤੁਹਾਡੇ ਵਿੱਚੋਂ ਕਈ ਲੋਕਾਂ ਦੇ ਬੱਚੇ ਹਨ ਜੋ ਵੱਧ ਰਹੇ ਹਨ ਅਤੇ ਤੁਹਾਨੂੰ ਜ਼ਰੂਰਤ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਵੋ ਜੋ ਆਪਣੇ ਜੀਵਨ ਵਿੱਚ ਸਹੀ ਸੰਬੰਧ ਬਣਾ ਸਕਣ। ਅਕਸਰ ਤਲਾਕ ਸ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਲਈ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰੋ ਕਿ ਉਹ ਆਪਣੇ ਜੀਵਨ ਵਿੱਚ ਸਹੀ ਸੰਬੰਧ ਲਈ ਅੱਗੇ ਵੱਧ ਸਕਣ, ਕਿਉਂਕਿ ਇਹ ਬਹੁਤ ਹੀ ਮੁਸ਼ਕਲ ਹੈ। ਪਰਮੇਸ਼ਰ ਤੁਹਾਡੇ ਲਈ ਰਸਤਾ ਖੋਲ੍ਹ ਸਕਦਾ ਹੈ ਤਾਂ ਕਿ ਤੁਸੀਂ ਦੂਜੇ ਸੰਬੰਧ ਨੂੰ ਸਮਝ ਜਾਓ। ਅਤੇ ਜੋ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਕਹਿਣ ਦੀ ਲੋੜ ਹੈ ਨਹੀਂ ਪਵੇਗੀ, ਮੈਂ ਦੂਸਰੇ ਵਿਅਕਤੀ ਨਾਲ ਰਹਿਣਾ ਚਾਹੁੰਦਾ ਹਾਂ। ਤੁਹਾਨੂੰ ਜ਼ਰੂਰਤ ਹੈ ਕਿ ਆਪਣੇ ਅਹੁਦੇ ਨੂੰ ਉੱਚਾ ਕਰਦੇ ਹੋਏ ਕਹਿ ਸਕੋ, ਮੈਂ ਉਤਰੀ ਪੁੱਜ ਵਿੱਚ ਰਹਿਣਾ ਚਾਹੁੰਦਾ ਹਾਂ, ਕਿਉਂ ਜੋ ਮੇਰਾ ਪਰਮੇਸ਼ਰ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਦਾ ਹੀ ਸਾਡਾ ਦਿਲ ਹੋਣਾ ਚਾਹੀਦਾ ਹੈ ਅਤੇ ਮਕਸਦ ਵੀ। ਇਸ ਸੰਦੇਸ਼ ਦੇ ਅੰਤ ਵਿੱਚ ਮੈਂ ਕੁਝ ਐਤਾਂ ਨੂੰ ਬਿਆਨ ਕਰਦਾ ਹਾਂ। ਜਦ ਤੱਕ ਸਾਡੇ ਕੋਲ ਘਰ ਹਨ ਜਿਸ ਵਿੱਚ ਮਨੁੱਖ ਦੇ ਦਿਨ ਅੰਤ ਵਿੱਚ ਵਾਸ ਆਉਂਦੇ ਹਨ, ਜਦ ਤੱਕ ਸਾਡੇ ਕੋਲ ਘਰ ਹਨ ਜਿੱਥੇ ਬੱਚੇ ਹਨ ਅਤੇ ਔਰਤਾਂ ਵਾਸ ਕਰਦੀਆਂ ਹਨ, ਜੇ ਪ੍ਰੇਮ ਅਤੇ ਵਫਾਦਾਰੀ ਅਤੇ ਵਿਸ਼ਵਾਸ ਇਸ ਦੀ ਦਹਲੀਜ਼ ਵਿੱਚ ਪਾਇਆ ਜਾਂਦਾ ਹੈ ਤਾਂ ਐਸਾ ਘਰ ਬੁਰਾਈ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਜਦ ਤੱਕ ਇਹੋ ਜਿਹੇ ਘਰ ਹਨ ਜਿੱਥੇ ਅੱਗ ਬਲਦੀ ਅਤੇ ਰੋਟੀ ਹੁੰਦੀ ਹੈ। ਇਸ ਲਈ ਜਦ ਤੱਕ ਐਸੇ ਘਰ ਹਨ ਜਿੱਥੇ ਲੋਕ ਰੌਸ਼ਨੀ ਦਿੰਦੇ ਹਨ ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ। ਹੋ ਸਕਦਾ ਹੈ ਕਿ ਲੋਕ ਹਨੇਰੇ ਵਿੱਚ ਡਗਮਗਾ ਜਾਂਦੇ ਹੋਣ ਅਤੇ ਦੇਸ਼ ਹੱਥ ਪੈਰ ਮਾਰਦੇ ਹੋਣ। ਪਰਮੇਸ਼ਰ ਇਹਨਾਂ ਛੋਟੇ ਘਰਾਂ ਵਿੱਚ ਆਪ ਰਹਿੰਦਾ ਹੈ। ਸਾਡੀ ਇਹ ਮਜ਼ਬੂਤ ਆਸ਼ਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਵਿਆਹ ਦੇ ਬਾਰੇ ਸਿੱਖ ਰਹੇ ਸੀ। ਜਿਵੇਂ ਕਿ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਸਿੱਖਿਆ ਕਿ ਵਿਆਹ ਦੀ ਸ਼ੁਰੂਆਤ ਆਪ ਪਰਮੇਸ਼ਵਰ ਦੇ ਦੁਆਰਾ ਕੀਤੀ ਗਈ। ਪਰਮੇਸ਼ਰ ਚਾਹੁੰਦਾ ਹੈ ਕਿ ਪਰਿਵਾਰ ਦੇ ਦੁਆਰਾ ਉਸ ਨੂੰ ਮਹਿਮਾ ਮਿਲੇ। ਪਰਮੇਸ਼ਵਰ ਖੁਸ਼ਖਬਰੀ ਦੇ ਪ੍ਰਚਾਰ ਵਿੱਚ ਪਰਿਵਾਰ ਨੂੰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਵੇਖਣਾ ਚਾਹੁੰਦਾ ਹੈ। ਜਦੋਂ ਕੋਈ ਸ਼ਾਦੀ ਕਰ ਲੈਂਦਾ ਤਾਂ ਉਹ ਤੇ ਉਹਦੀ ਪਤਨੀ ਇੱਕ ਹੋ ਜਾਂਦੇ ਹਨ। ਉਹ ਇੱਕ ਟੀਮ ਹੋ ਜਾਂਦੇ ਹਨ। ਉਹ ਇੱਕ ਦੂਜੇ ਦੇ ਲਈ ਜਵਾਬਦੇਹੀ ਹੋ ਜਾਂਦੇ ਹਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 3 ਪ੍ਰਮੁੱਖ ਗੱਲਾਂ ਦੇ ਉੱਤੇ ਗੌਰ ਕੀਤਾ। ਪਹਿਲੀ, ਵਿਆਹ ਦੇ ਬਾਰੇ ਪੁਰਖਾਂ ਨੂੰ ਸਲਾਹ। ਦੂਜੀ, ਵਿਆਹ ਦੇ ਬਾਰੇ ਇਸਤਰੀਆਂ ਨੂੰ ਸਲਾਹ। ਅਤੇ ਤੀਜੀ ਅਤੇ ਆਖਰੀ,
ਵਿਆਹ ਦੇ ਰਿਸ਼ਤੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਕੇਂਦਰ ਦੇ ਵਿੱਚ ਹੋਣਾ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਆਹ ਦੇ ਬਾਰੇ, ਮਰਦਾਂ ਨੂੰ ਸਲਾਹ ਦੇ ਬਾਰੇ ਅਸੀਂ ਜਾਣਿਆ ਕਿ ਪਤੀਆਂ ਨੂੰ ਆਪਣੀ ਪਤਨੀਆਂ ਦੇ ਨਾਲ ਇਸ ਤਰ੍ਹਾਂ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਮਸੀਹ ਯਿਸੂ ਨੇ ਆਪਣੀ ਕਲੀਸਿਆ ਦੇ ਨਾਲ ਕੀਤਾ। ਅਸੀਂ ਸਿੱਖਿਆ ਕਿ ਪਤੀਆਂ ਨੂੰ ਆਪਣੀ ਪਤਨੀਆਂ ਦੇ ਨਾਲ ਆਪਣੇ ਸਰੀਰ ਵਾਂਗ ਪਿਆਰ ਕਰਨਾ ਚਾਹੀਦਾ ਹੈ। ਪਤੀਆਂ ਨੂੰ ਆਪਣੀਆਂ ਪਤਨੀਆਂ ਦਾ ਆਦਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਉਹਨਾਂ ਦੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। ਦੋਸਤੋ, ਵਿਆਹ ਦੇ ਬਾਰੇ ਇਸਤਰੀਆਂ ਨੂੰ ਸਲਾਹ ਦਿੰਦੇ ਹੋਏ ਬਾਈਬਲ ਬਾਣੀ ਤੋਂ ਅਸੀਂ ਸਿੱਖਿਆ ਕਿ ਬਾਈਬਲ ਸਾਰਿਆਂ ਨੂੰ ਬਰਾਬਰ ਦਾ ਮੌਕਾ ਦੇਣ ਵਾਲੀ ਪੁਸਤਕ ਹੈ। ਪਰਮੇਸ਼ਵਰ ਨੇ ਇਸਤਰੀ ਅਤੇ ਪੁਰਖ ਦੇ ਵਿੱਚ ਕੋਈ ਭੇਦ ਨਹੀਂ ਕੀਤਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸ਼ਾਦੀ ਦੇ ਸੰਬੰਧ ਦੇ ਵਿੱਚ ਮਸੀਹ ਯਿਸੂ ਦਾ ਕੇਂਦਰ ਦੇ ਵਿੱਚ ਹੋਣਾ ਇਹ ਬਹੁਤ ਜ਼ਰੂਰੀ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਵਿਆਹ ਦੇ ਵਿੱਚ ਪਤੀ ਪਤਨੀ ਦਾ ਸੰਬੰਧ ਉਸ ਤਰ੍ਹਾਂ ਦਾ ਹੋਵੇ ਜਿਵੇਂ ਉਹਨਾਂ ਦਾ ਸੰਬੰਧ ਯਿਸੂ ਜੀ ਦੇ ਨਾਲ ਹੈ। ਪੀਟਰ ਮਾਰਸ਼ਲ ਨੇ ਕਿਹਾ ਕਿ ਸ਼ਾਦੀ ਦੋ ਸਰਵੋੱਚ ਲੋਕਾਂ ਦਾ ਆਪਸ ਦੇ ਵਿੱਚ ਸੰਗ ਨਹੀਂ ਹੈ, ਬਲਕਿ ਇਹ ਇੱਕ ਇਕੱਠ ਹੈ ਜੋ ਘਰੇਲੂ, ਸਮਾਜਿਕ, ਆਤਮਿਕ ਅਤੇ ਸਰੀਰਕ ਏਕਤਾ ਦਾ ਸਵਰੂਪ ਹੈ। ਇਹ ਦੋ ਦਿਲਾਂ ਦਾ ਮਿਸ਼ਰਣ ਹੈ, ਦੋ ਜਾਨਾਂ ਦਾ ਇਕੱਠ ਹੈ ਜੋ ਇੱਕ ਦੂਜੇ ਦੇ ਅਧੀਨ ਹੋ ਜਾਂਦੇ ਹਨ ਅਤੇ ਇੱਕੋ ਦਿਸ਼ਾ ਵੱਲ ਵੱਧਦੇ ਜਾਂਦੇ ਹਨ। ਦੋਸਤੋ, ਜਦੋਂ ਪਤੀ ਪਤਨੀ ਯਿਸੂ ਨੂੰ ਕੇਂਦਰ ਵਿੱਚ ਰੱਖਦੇ ਹਨ ਅਤੇ ਉਹਨਾਂ ਨੂੰ ਆਪਣੇ ਘਰ ਦਾ ਸਵਾਮੀ ਮੰਨਦੇ ਹੋਏ ਉਹਦੇ ਵੱਲ ਇਕੱਠ ਵਿੱਚ ਵੱਧਦੇ ਜਾਂਦੇ ਹਨ ਤਾਂ ਉਹ ਵੀ ਇੱਕ ਦੂਜੇ ਦੇ ਨੇੜੇ ਆਉਂਦੇ ਜਾਂਦੇ ਹਨ। ਦੋਸਤੋ, ਜੇਕਰ ਤੁਸੀਂ ਆਪਣੀ ਸ਼ਾਦੀ ਨੂੰ ਇੱਕ ਆਦਰਸ਼ ਸ਼ਾਦੀ ਬਣਾਉਣਾ ਚਾਹੁੰਦੇ ਹੋ ਤਾਂ ਯਿਸੂ ਮਸੀਹ ਨੂੰ ਸਵੀਕਾਰ ਕਰੋ ਅਤੇ ਉਹਨੂੰ ਆਪਣੇ ਜੀਵਨ ਦਾ ਅਤੇ ਆਪਣੀ ਸ਼ਾਦੀ ਦਾ ਕੇਂਦਰ ਬਣਾਓ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਅੱਜ ਇੱਕ ਮਹਾਨ ਅਤੇ ਬਹੁਤ ਹੀ ਮਹੱਤਵਪੂਰਨ ਸਿੱਖਿਆ ਦਿੱਤੀ ਜੋ ਕਿ ਵਿਆਹ ਦੇ ਬਾਰੇ ਹੈ। ਪਿਤਾ, ਵਿਆਹ ਦੇ ਵਿੱਚ ਪਿਤਾ ਪਰਮੇਸ਼ਰ ਤੁਸੀਂ ਸਿਖਾਇਆ ਕਿ ਪਤੀ ਪਤਨੀ ਇੱਕ ਦੂਜੇ ਤੋਂ ਛੋਟੇ ਜਾਂ ਵੱਡੇ ਨਹੀਂ ਪਰੰਤੂ ਬਰਾਬਰ ਦੇ ਆ, ਔਰ ਤੁਸੀਂ ਉਹਨਾਂ ਨੂੰ ਇੱਕੋ ਹੀ ਮਕਸਦ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਦੇ ਸਵਾਮੀ ਹੋ ਤੇ ਉਹ ਤੁਹਾਡਾ ਨਾਮ ਉੱਚਾ ਚੁੱਕਣ। ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਜਿਵੇਂ ਜਿਵੇਂ ਉਹ ਤੁਹਾਡੇ ਵੱਲ ਵੱਧਦੇ ਜਾਂਦੇ ਹਨ, ਉਹ ਜਿਸ ਤਰ੍ਹਾਂ ਤੁਹਾਡਾ ਵਚਨ ਕਹਿੰਦਾ ਉਹਨਾਂ ਦਾ ਸੰਬੰਧ ਹੋਰ ਜ਼ਿਆਦਾ ਮਜ਼ਬੂਤ ਹੋਏ। ਪ੍ਰਭੂ ਜੀ, ਅੱਜ ਅਸੀਂ ਇਸ ਵਚਨ ਦੇ ਦੁਆਰਾ ਉਹਨਾਂ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ, ਜਿਨ੍ਹਾਂ ਦੇ ਵਿਆਹਾਂ ਦੇ ਵਿੱਚ ਪਰੇਸ਼ਾਨੀ ਚੱਲ ਰਹੀ ਹੈ। ਪਿਤਾ, ਇਹਨਾਂ ਪਤੀ ਔਰ ਪਤਨੀਆਂ ਦੇ ਦਿਲਾਂ 'ਚ ਤੁਸੀਂ ਗੱਲਬਾਤ ਕਰੋ ਔਰ ਇਹਨਾਂ ਦੇ ਰਿਸ਼ਤੇ ਨੂੰ ਸੁਧਾਰਨ ਵਿੱਚ ਇਹਨਾਂ ਦੀ ਮਦਦ ਕਰੋ ਤਾਂ ਕਿ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੇ ਦੁਆਰਾ ਇੱਜ਼ਤ ਅਤੇ ਮਾਣ ਪਾਓ। ਇਹਨਾਂ ਦੀ ਜ਼ਿੰਦਗੀਆਂ ਪ੍ਰਭੂ ਅਸੀਂ ਤੁਹਾਡੇ ਹੱਥਾਂ 'ਚ ਦਿੰਦੇ ਹਾਂ। ਯਿਸੂ ਨਾਸਰੀ ਜੀ ਦੇ ਨਾਂ ਨੂੰ ਇਸ ਪ੍ਰਾਰਥਨਾ ਨੂੰ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।